तंज है सरकार ते कि तुहाड़ियां नीतियां ने अज देश के नौजवान की हालत करती है और वो माँ बाप किन्ने तंग है कि उन्होंने कोल अज 1-2 लीटर पेट्रोल पाने भी पैसे नहीं बचे। इन्होंने कोई परवाह ही नहीं जनता की कि जनता की कर रही है, जनता किवें मर रही है। सिर्फ इस गल के घमंड दे विच सरकार जिहड़ी चल रही है कि साडे कोल इन्ना बहुमत है कि साडी सरकार नूं हल्ले कोई खतरा नहीं। पिछले 14 ते 19 के इलैक्शन दे विच ये सरकार विकास के मुद्दों पर नहीं बनी, ये धर्म के नाते मुद्दों पर बनी। इस सरकार विकास के नाँ से ना कदे बनी है ना कदे बन सकती है बीजेपी की। ये सिर्फ लोगों के विच पाड़ पा के उन्होंने कई फिरकिਆਂ ਨੂੰ आपस लड़ा के सरकार बनी है। इस करके इस सरकार को हुण उम्मीद सानू नहीं बची। हुण साडी जेब च इन्ना भी पैसा नहीं बचिया कि असी अपने कॉलेज जाना होवे या सरकारी नौकरी या प्राइवेट जिथे नौकरी करते हैं ਉਹਦੇ ਲਈ ਸਾਡੇ ਕੋਲ ਪੈਸਾ ਨਹੀਂ ਬਚਿਆ। ਹੁਣ ਸਾਨੂੰ ਲੋਨ ਦਿਓ। ਦੇਸ਼ ਦੇ ਵਿੱਚ ਬੇਕਾਬੂ ਹੋਈਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ। ਕੋਰੋਨਾ ਮਹਾਮਾਰੀ ਦੇ ਕਹਿਰ ਤੇ ਲਾਕਡਾਊਨ ਦੇ ਨਿਯਮਾਂ ਦੇ ਚੱਲਦਿਆਂ ਮਹਿੰਗਾਈ ਦੀ ਮਾਰ ਹੇਠ ਅਸਮਾਨ ਨੂੰ ਛੂਹ ਰਹੀਆਂ ਤੇਲ ਦੀਆਂ ਕੀਮਤਾਂ ਆਮ ਲੋਕਾਂ ਦੇ ਲਈ ਵੱਡੀਆਂ ਮੁਸ਼ਕਿਲਾਂ ਖੜੀਆਂ ਕਰ ਰਹੀਆਂ ਨੇ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 98.81 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਚੁੱਕੀ ਹੈ, ਜਦਕਿ ਡੀਜ਼ਲ ਦੀ ਕੀਮਤ 88 ਰੁਪਏ 18 ਪੈਸੇ ਪ੍ਰਤੀ ਲੀਟਰ ਹੋ ਚੁੱਕੀ ਹੈ। ਉੱਥੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਟਰੋਲ ਦੀ ਕੀਮਤ ਦਾ ਅੰਕੜਾ 100 ਰੁਪਏ ਤੇ ਪਹੁੰਚ ਚੁੱਕਿਆ ਹੈ। ਕੇਂਦਰ ਦੀ ਸੱਤਾ ਤੇ ਕਾਬਜ਼ ਭਾਜਪਾ ਪਾਰਟੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਲਗਾਤਾਰ ਜਾਰੀ ਨੇ। ਪਰ ਚੰਡੀਗੜ੍ਹ ਦੇ ਵਿੱਚ ਹੁਣ ਨੌਜਵਾਨਾਂ ਦੁਆਰਾ ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਇਹਨਾਂ ਦੇ ਉੱਪਰ ਲੋਨ ਦੀ ਮੰਗ ਕੀਤੀ ਗਈ ਹੈ। ਚੰਡੀਗੜ੍ਹ ਪ੍ਰਦੇਸ਼ ਨੌਜਵਾਨ ਕਾਂਗਰਸ ਦੁਆਰਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਨੌਜਵਾਨ ਇਹ ਮੰਗ ਕਰ ਰਹੇ ਨੇ ਕਿ ਜੇਕਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਰਕਾਰ ਨੇ ਘੱਟ ਨਹੀਂ ਕਰਨੀਆਂ ਤਾਂ ਦੇਸ਼ ਦੇ ਵਿੱਚ ਨੌਜਵਾਨਾਂ ਨੂੰ ਇਸ ਦੇ ਉੱਪਰ ਲੋਨ ਦਿੱਤਾ ਜਾਵੇ ਤਾਂ ਜੋ ਮਹਿੰਗਾਈ ਦੇ ਦੌਰ ਦੇ ਵਿੱਚ ਉਹ ਇੰਨੇ ਤਾਂ ਸਮਰੱਥ ਹੋ ਸਕਣ ਕਿ ਪੈਟਰੋਲ ਨੂੰ ਖਰੀਦ ਸਕਣ। ਦੱਸਦੇ ਕਿ ਚੰਡੀਗੜ੍ਹ ਦੇ ਵਿੱਚ RBI ਰਿਜ਼ਰਵ ਬੈਂਕ ਆਫ ਇੰਡੀਆ ਦੇ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਅਤੇ ਲਿਖਿਆ ਗਿਆ ਹੈ ਕਿ ਮੋਦੀ ਮੰਤਰ ਹੈ कि पेट्रोल ਤੇ ਡੀਜ਼ਲ के दाम बढ़ाते जाओ, आपदा में जनता को लूट कर खाते जाओ। जी साडी मंग तो इक्को ही है कि जो देश के विच हालत हो गई है, जो पेट्रोल के रेट तुसीं वधाते अज हर स्टेट के करीब 100 रुपया पार कर गया। चंडीगढ़ भी उस तो बचिया नहीं, इत्थे दा भी नौजवान बेहाल है जिहड़ा मंग कर रहा कि हुण साडी जेब च इन्ना भी पैसा नहीं बचिया कि असी अपने कॉलेज जाना होवे या सरकारी नौकरी या प्राइवेट जिथे नौकरी करते हैं ਉਹਦੇ ਲਈ ਸਾਡੇ ਕੋਲ ਪੈਸਾ ਨਹੀਂ ਬਚਿਆ। ਹੁਣ ਸਾਨੂੰ ਲੋਨ ਦਿਓ। ਇਹ ਸ਼ਰਮਿੰਦਗੀ ਹੋਣੀ ਹੈ ਸਾਡੇ ਦੇਸ਼ ਵਾਸਤੇ ਕਿ ਅੱਜ ਨੌਜਵਾਨ ਨੂੰ ਪੈਟਰੋਲ ਤੇ ਡੀਜ਼ਲ ਵਾਸਤੇ ਵੀ ਲੋਨ ਮੰਗਣਾ ਪੈ ਰਿਹਾ। ਉਹ ਅਸੀਂ ਸਰਕਾਰ ਤੋਂ ਇਹ ਮੰਗ ਕਰ ਰਹੇ ਹਾਂ। ਬਲਕਿ ਸਾਡਾ ਇਹ ਸਿੰਬੋਲਿਕ ਪ੍ਰੋਟੈਸਟ ਹੈ, ਤੰਜ ਹੈ ਸਰਕਾਰ ਤੇ ਕਿ ਤੁਹਾਡੀਆਂ ਨੀਤੀਆਂ ਨੇ ਅੱਜ ਦੇਸ਼ ਦੇ ਨੌਜਵਾਨ ਦੀ ਕੀ ਹਾਲਤ ਕਰਤੀ ਹੈ ਔਰ ਉਹਦੇ ਮਾਂ-ਬਾਪ ਕਿੰਨੇ ਤੰਗ ਹੈ ਕਿ ਉਹਨਾਂ ਦੇ ਕੋਲ ਅੱਜ 1-2 ਲੀਟਰ ਪੈਟਰੋਲ ਪਾਉਣ ਨੂੰ ਵੀ ਪੈਸੇ ਨਹੀਂ ਬਚੇ। ਲੋਨ ਕਿਉਂ ਮੰਗਣਾ ਪੈ ਰਿਹਾ ਸਰ? ਲੋਨ ਇਸ ਕਰਕੇ ਮੰਗਣਾ ਪੈ ਰਿਹਾ ਕਿ ਪੈਟਰੋਲ ਦੇ ਰੇਟ ਇੰਨੇ ਹੋ ਗਏ। ਕਿੰਨੀ ਅਗਰ ਕੋਈ ਬੰਦਾ ਪ੍ਰਾਈਵੇਟ ਜੌਬ ਕਰਦਾ ਜਾਂ ਸਰਕਾਰੀ ਜੌਬ ਕਰਦਾ ਅੱਜ 15-16 ਹਜ਼ਾਰ 20 ਹਜ਼ਾਰ ਤੋਂ ਜ਼ਿਆਦਾ ਉਹਦੀ ਤਨਖਾਹ ਨਹੀਂ ਹੈਗੀ। ਅੱਗੇ ਮਾਂ ਬਾਪ ਕਿੰਨਾ ਕੁ ਕਰਨ ਬੱਚਿਆਂ ਲਈ, ਕਿੰਨਾ ਕੁ ਉਹਨਾਂ ਨੂੰ ਪਾਲਣ, ਕਿੰਨਾ ਵੱਡਾ ਕਰਨ। ਪਹਿਲਾਂ ਪੜ੍ਹਾਈ 'ਤੇ ਲੱਖਾਂ ਰੁਪਏ ਖਰਚ ਕਰਤੇ, ਨੌਕਰੀਆਂ ਹੈ ਨਹੀਂ। ਹੁਣ ਅਗਰ ਮੋਟਰਸਾਈਕਲ ਚਲਾਉਣ ਵਾਸਤੇ ਵੀ ਮਾਂ ਬਾਪ ਦੀ ਜੇਬ ਕੱਟਣੀ ਪਵੇ ਤਾਂ ਨੌਜਵਾਨ ਸ਼ਰਮਿੰਦਗੀ ਦੇ ਵਿੱਚ ਹਾਲਾਤ 'ਚ ਪਹੁੰਚ ਗਿਆ। ਅੱਜ ਇਸੇ ਕਰਕੇ ਫਾਈਨੈਂਸ ਮਿਨਿਸਟਰ ਤੋਂ ਮੰਗ ਕਰ ਰਹੇ ਹਾਂ ਅਸੀਂ ਕਿ ਤੁਸੀਂ ਇਹੋ ਜਿਹੇ ਝੂਠੇ ਪੈਕੇਜ ਦੇਣ ਦੀ ਜਗ੍ਹਾ ਇੱਕ ਸੱਚਾ ਪੈਕੇਜ ਵੀ ਅਨਾਉਂਸ ਕਰ ਦਿਓ ਕਿ ਦੇਸ਼ ਦੇ ਨੌਜਵਾਨਾਂ ਦੀ ਜੇਬ 'ਚ कुछ पैसे पा दिओ महीने के, ताकि वो कम से कम 1-2 महीने अपना मोटरसाइकिल तो चला सक। देखो लीडर होवे या कोई नॉन लीडर होवे, देश की जनता सारी दुखी है। तुसी पत्रकार भी हो, तुसी भी तो उन्नी तंग हो। तुहाडियां भी सैलरियां करोना की वजह करके कट गई। अज उत्तों अगर सरकार बजाए कि कोई राहत देवे, ये उल्टा तुहाडे ते करते कि सवेरे उठदे तुसी हालात देखो की है। पिछले 3 महीनों के अंदर 10 रुपये लीटर पेट्रोल वध गया, रोज़ 20 पैसे। अज भी फिर वधाता इन्होंने। इन्होंने कोई परवाह ही नहीं जनता की कि जनता की कर रही है, जनता किवें मर रही है। सिर्फ इस गल के घमंड दे विच सरकार जिहड़ी चल रही है कि साडे कोल इन्ना बहुमत है कि साडी सरकार नूं हल्ले कोई खतरा नहीं। पर सरकार नूं या मोदी सरकार नूं या बीजेपी नूं ये नहीं भुलना चाहिए कि देश की जनता जिहड़ी है वो चाहे कितना ही वड्डा बहुमत होवे, जे वो सड़कों ते उतरी है और खासकर नौजवान जो उतर पिया, ये तुहाडी सरकार च हिंदुस्तान च नज़र नहीं है। देखो कांग्रेस गई नहीं, कुछ देश के हालात ऐसे बनाते गए। पिछले 14 ते 19 के इलैक्शन दे विच सरकार विकास के मुद्दों पर नहीं बनी, ये धर्म के नाते मुद्दों पर बनी। पिछला 14 का चुनाव भी इन्होंने राम मंदिर के नाम से जितया, 19 का चुनाव भी जोड़ा है वो इन्होंने धार्मिक भावना से लड़िया। और अज भी सरकार कोई कसर नहीं छड्ड रही इन्होंने चीज़ों। उन्होंने पता है कि आने वाला इलैक्शन अगर अज हो जाए असी फिर नहीं सत्ता जा सकते। अज भी वो देश यही कोशिश कर रहे हैं, हिंदू मुसलमान की कर रहे हैं, कदे हिंदू सिख की गल कर रहे हैं, कदे सिख मुसलमान की गल कर रहे हैं। और जो जो इलैक्शन नेड़े आंदा है, हुण यूपी का इलैक्शन नेड़े है, बहुत वड्डी देर है,
ਤੁਸੀਂ ਰੋਜ਼ ਟੀਵੀ ਤੇ ਕੀ ਦੇਖ ਰਹੇ ਹੋ? ਫਿਰ ਸ਼ੁਰੂ ਹੋ ਗਿਆ ਕੰਮ, ਕਿਤੇ ਹਿੰਦੂ ਮੁਸਲਮਾਨ ਦੀ ਗੱਲ ਕੀਤੀ ਜਾ ਰਹੀ ਹੈ, ਕਿਤੇ ਹਿੰਦੂ ਸਿੱਖ ਦੀ ਗੱਲ ਕੀਤੀ ਜਾ ਰਹੀ ਹੈ, ਕਿਤੇ ਪਾਕਿਸਤਾਨ ਤੋਂ ਵੱਲੋਂ ਖਤਰੇ ਦੀ ਗੱਲ ਕੀਤੀ ਜਾ ਰਹੀ ਹੈ। ਇਹ ਸਰਕਾਰ ਵਿਕਾਸ ਦੇ ਨਾਂ ਤੇ ਨਾ ਕਦੇ ਬਣੀ ਹੈ, ਨਾ ਕਦੇ ਬਣ ਸਕਦੀ ਹੈ ਬੀਜੇਪੀ ਦੀ। ਇਹ ਸਿਰਫ ਲੋਕਾਂ ਦੇ ਵਿੱਚ ਪਾੜ ਪਾ ਕੇ ਦੋਨਾਂ ਕਈ ਫਿਰਕਿਆਂ ਨੂੰ ਆਪਸ 'ਚ ਲੜਾ ਕੇ ਸਰਕਾਰ ਬਣੀ ਹੈ। ਇਸ ਕਰਕੇ ਇਸ ਸਰਕਾਰ ਕੋਲੋਂ ਹੁਣ ਉਮੀਦ ਸਾਨੂੰ ਨਹੀਂ ਬਚੀ ਕਿ ਕੋਈ ਨੌਜਵਾਨਾਂ ਦੇ ਜਾਂ ਦੇਸ਼ ਦੇ ਹੱਕ 'ਚ ਕਰੇਗੀ। ਜਿੱਥੇ ਤੱਕ ਤੁਸੀਂ ਪੱਧਰ ਤੇ ਵੀ ਪ੍ਰੋਟੈਸਟ ਕਰ ਰਹੇ ਕੌਮੀ ਪੱਧਰ ਤੇ ਅਸੀਂ ਕਰ ਰਹੇ ਹਾਂ। ਕਾਂਗਰਸ ਨੂੰ ਨਹੀਂ, ਆਮ ਲੋਕਾਂ ਨੂੰ ਵੀ ਉੱਠਣਾ ਚਾਹੀਦਾ। ਮੈਂ ਦੱਸਦਾ ਕੀ ਹੈ ਜੀ, ਪਿਛਲੇ ਮਹੀਨੇ ਅਸੀਂ ਇਹੀ ਪ੍ਰੋਟੈਸਟ 32 ਸੈਕਟਰ 33 ਸੈਕਟਰ ਪੈਟਰੋਲ ਪੰਪ ਤੇ ਕੀਤਾ ਸੀ। ਕੁਝ ਲੋਕਾਂ ਨੇ ਸਾਨੂੰ ਆਮ ਜਨਤਾ ਨੇ ਜੁਆਇਨ ਕੀਤਾ। ਉੱਥੇ ਜਾ ਕੇ ਸਰਕਾਰ ਇਹਦੇ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ ਬੀਜੇਪੀ ਦੇ ਦਬਾਅ ਦੇ ਵਿੱਚ ਸਾਡੇ ਉੱਤੇ 5 FIRਾਂ ਕਰਤੀਆਂ ਕਿ ਤੁਸੀਂ ਇੰਨੇ ਬੰਦੇ ਇਕੱਠੇ ਕਿਉਂ ਕੀਤੇ। ਅੱਜ ਦਾ ਜਿਹੜਾ ਇਕੱਠ ਹੈ ਇਸੇ ਕਰਕੇ ਅਸੀਂ ਛੋਟਾ ਰੱਖਿਆ ਕਿ ਜਿੰਨਾ ਸਾਨੂੰ ਸਰਕਾਰ ਕੋਵਿਡ ਗਾਈਡਲਾਈਨ ਦੇ ਵਿੱਚ ਜਿੰਨੇ ਮੁੰਡਿਆਂ ਨੂੰ ਇਕੱਠਾ ਕਰਨ ਦੀ ਪਰਮਿਸ਼ਨ ਦਿੰਦੀ ਹੈ ਉਨੇ ਹੀ ਬੰਦੇ ਇੱਥੇ ਇਕੱਠੇ ਕੀਤੇ ਗਏ। ਅਗਰ ਅਸੀਂ ਚਾਹੀਏ ਤਾਂ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਆਉਣ ਨੂੰ ਸਾਡੀ ਲੀਡਰਸ਼ਿਪ 'ਚ ਤਿਆਰ ਬੈਠੇ ਆ, ਕਿਉਂਕਿ ਲੋਕ ਜਦੋਂ ਜਨਤਾ ਦੁਖੀ ਹੁੰਦੀ ਹੈ ਉਹ ਵਿਪਕਸ਼ ਵੱਲ ਦੇਖਦੀ ਹੈ। ਪਰ ਸਾਨੂੰ ਪਤਾ ਹੈ ਇਹਨਾਂ ਕੋਲ ਇੱਕ ਹਥਿਆਰ ਹੈ ਕੋਵਿਡ ਦਾ ਕਿ ਮੁਕੱਦਮਾ ਰਜਿਸਟਰ ਕਰ ਦਿਓ, ਲੀਡਰਾਂ ਨੂੰ ਪਰੇਸ਼ਾਨ ਕਰੋ। ਮੇਰੇ ਉੱਤੇ 5 FIRਾਂ ਉਸ ਦਿਨ ਕਰ ਦਿੱਤੀਆਂ, ਜਦ ਕਿ ਇੱਕ ਅਸੀਂ ਸਾਰਿਆਂ ਨੂੰ ਵਾਰ-ਵਾਰ ਸੈਨੀਟਾਈਜੇਸ਼ਨ ਦੀ ਬੋਤਲਾਂ ਅਸੀਂ ਨਾਲ ਲੈ ਕੇ ਗਏ, ਮਾਸਕ ਸਾਰਿਆਂ ਨੇ ਪਹਿਨੇ, ਸਭ ਦੂਰ ਖੜੇ ਸੀ। ਪਰ ਸਰਕਾਰ ਦੇ ਕੋਲ ਅੱਜ ਇੱਕ ਹਥਿਆਰ ਬਣ ਚੁੱਕਾ ਹੈ ਔਰ ਬੀਜੇਪੀ ਉਸ ਹਥਿਆਰ ਦਾ ਇਸਤੇਮਾਲ ਵਿਪਕਸ਼ ਨੂੰ ਦਬਾਉਣ ਵਾਸਤੇ ਕਰ ਰਹੀ ਹੈ। ਵਿਰੋਧੀ ਪਾਰਟੀਆਂ ਦੁਆਰਾ ਵੀ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਦਰਮਿਆਨ ਭਾਜਪਾ ਪਾਰਟੀ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਇਸ ਸਮੇਂ ਡੀਜ਼ਲ ਦੀ ਕੀਮਤ 88.81 ਰੁਪਏ ਪ੍ਰਤੀ ਲੀਟਰ ਹੈ ਅਤੇ ਪੈਟਰੋਲ ਦੀ ਕੀਮਤ 95.03 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਾਰਕੁਨਾਂ ਦੁਆਰਾ ਵਧ ਰਹੀਆਂ ਕੀਮਤਾਂ ਤੇ ਵਧ ਰਹੀ ਮਹਿੰਗਾਈ ਦੇ ਖਿਲਾਫ ਲਗਾਤਾਰ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦਾ ਆਖਣਾ ਹੈ ਕਿ ਇਹ ਸਮੱਸਿਆ ਸਿਰਫ ਸਿਆਸੀ ਲੀਡਰਾਂ ਦੇ ਲਈ ਨਹੀਂ ਹੈ, ਸਗੋਂ ਆਮ ਲੋਕਾਂ ਦੇ ਲਈ ਹੈ, ਕਿਉਂਕਿ ਮਹਿੰਗਾਈ ਦੀ ਸਭ ਤੋਂ ਜ਼ਿਆਦਾ ਮਾਰ ਮੱਧ ਵਰਗ ਅਤੇ ਆਰਥਿਕ ਤੌਰ ਤੇ ਪਛੜੇ ਲੋਕਾਂ ਤੇ ਹੀ ਪੈਂਦੀ ਹੈ। ਬਿਊਰੋ ਰਿਪੋਰਟ ਦੇਸ਼ ਪ੍ਰਦੇਸ਼ TV ਚੰਡੀਗੜ੍ਹ।